ਅੱਜ ਤੁਹਾਨੂੰ ਦਿਖਾ ਰਹੇ ਹਾਂ ਤਰਾਇਣ ਦੀ ਜੰਗ ਦਾ ਉਹ ਕਿਲਾ ਜਿਹੜਾ ਕਿਲਾ ਤਿੰਨ ਬਹੁਤ ਮਸ਼ਹੂਰ ਜੰਗਾਂ ਦਾ ਗਵਾਹ ਬਣਿਆ। ਜਿਹੜੀ ਤਰਾਇਣ ਹੈ, ਤਰਾਇਣ ਦੀਆਂ ਤਿੰਨ ਜੰਗਾਂ ਹੁੰਦੀਆਂ ਨੇ। ਪਹਿਲੀ ਜੰਗ 1191 ਈਸਵੀ ਦੇ ਵਿੱਚ, दूसरी जंग 1192 ईस्वी ਦੇ ਵਿੱਚ ਤੇ ਤੀਸਰੀ ਜੰਗ ਹੈ ਜਿਹੜੀ ਉਹ ਹੁੰਦੀ ਹੈ 1216 ਈਸਵੀ ਦੇ ਵਿੱਚ। ਤਿੰਨ ਜੰਗਾਂ ਨੇ। ਇਹ ਜੋ ਤੁਸੀਂ ਕਿਲਾ ਦੇਖ ਰਹੇ ਹੋ, ਇਹ ਕਿਲਾ ਉਹਨਾਂ ਤਿੰਨੇ ਜੰਗਾਂ ਦਾ ਗਵਾਹ ਰਿਹਾ ਹੈ। ਤਰਾਇਣ ਦੀ ਜਿਹੜੀ ਪਹਿਲੀ ਤੇ ਦੂਜੀ ਜੰਗ ਹੈ, ਮੰਨਿਆ ਜਾਂਦਾ ਹੈ ਵੀ ਬਹੁਤ ਵੱਡੀ ਜੰਗ ਸੀ ਔਰ ਘੋੜ ਸਵਾਰਾਂ ਦੇ ਸਿਰ ਦੇ ਉੱਤੇ ਲੜੀ ਹੋਈ ਜੰਗ ਸੀ। ਇਹ ਉਹ ਜੰਗ ਹੈ ਜਿਸ ਵਿੱਚ ਪੈਦਲ ਸੈਨਾ ਬਹੁਤ ਘੱਟ ਸੀ ਤੇ ਘੋੜਿਆਂ ਦੀ ਜਿਹੜੀ ਸੈਨਾ ਸੀ, ਘੋੜ ਸਵਾਰ ਸੈਨਾ, ਉਹ ਦੋਨੇ ਪਾਸੇ ਬੜੀ ਭਾਰੀ ਗਿਣਤੀ ਦੇ ਵਿੱਚ ਸੀ। ਪ੍ਰਿਥਵੀਰਾਜ ਚੌਹਾਨ ਉਹ ਬਹਾਦਰ ਸੂਰਮਾ ਜਿਹੜਾ ਹਿੰਦੁਸਤਾਨ ਦੀ ਅਣਖ ਦਾ, ਜ਼ਮੀਰ ਦਾ ਪ੍ਰਤੀਕ ਸੀ, ਬਹਾਦਰੀ ਦਾ। ਉਹ ਪ੍ਰਿਥਵੀਰਾਜ ਚੌਹਾਨ ਦੀ ਅਖੀਰਲੀ ਜਿਹੜੀ ਜੰਗ ਹੈ ਉਹ ਐਸੇ ਹੀ ਤਰਾਵੜੀ ਦੇ ਮੈਦਾਨ, ਤਰਾਇਣ ਦੇ ਮੈਦਾਨ ਦੇ ਵਿੱਚ ਹੋਈ। ਮੁਗਲਿਆ ਸ਼ੈਲੀ ਜਿਹੜੀ ਹੈ ਉਹ ਬਾਅਦ ਵਿੱਚ ਹਿੰਦੁਸਤਾਨ ਆਉਂਦੀ ਹੈ, ਪਰ ਇਹ ਕਿਲਾ ਪੂਰੇ ਦਾ ਪੂਰਾ, ਕਿਉਂਕਿ 1000 ਸਾਲ ਤੋਂ ਉੱਪਰ ਜਿਹੜੀ ਹੈ ਦੱਸਿਆ ਜਾਂਦਾ ਵੀ ਇਹ ਕਿਲਾ ਬਣੇ ਨੂੰ ਹੋਏ ਨੇ। ਤੋਂ ਇਹਦੀ ਜਿਹੜੀ ਪੂਰੀ ਤੂਰੀ ਬਣਾਵਟ ਹੈ ਜਿਹੜੀ ਉਹ ਪੂਰੀ ਦਾ ਪੂਰਾ ਭਾਰਤੀ ਸੰਸਕ੍ਰਿਤੀ ਕਹਿ ਲੋ, ਭਾਰਤੀ ਕਾਰੀਗਰੀ ਦਾ ਮੂੰਹ ਬੋਲਦੀ ਤਸਵੀਰ ਹੈ। ਕੋਈ ਸਮਾਂ ਹੋਵੇਗਾ, ਅੱਜ ਭਾਵੇਂ ਇਹ ਖੰਡਰ ਬਣ ਗਈਆਂ ਨੇ ਇਮਾਰਤਾਂ, ਪਰ ਇਹ ਇਮਾਰਤਾਂ ਭਾਰਤੀ ਇਤਿਹਾਸ ਦੇ ਸ਼ਾਨੋ ਸ਼ੌਕਤ ਨੂੰ ਦਰਸਾਉਂਦੀਆਂ ਨੇ। ਇਹ ਇੱਕੋ ਇੱਕ ਕਹਿ ਲੋ ਵੀ ਦੁਨੀਆ ਦਾ ਕਿਲਾ ਹੈ ਜਿਸ ਕਿਲੇ ਦੇ ਅੰਦਰ ਆਮ ਲੋਕੀ ਨਿਵਾਸ ਕਰਦੇ ਨੇ ਜਾਂ ਆਮ ਲੋਕਾਂ ਦੇ ਘਰ ਬਣੇ ਹੋਏ ਨੇ। ਨਹੀਂ ਤੇ ਆਮ ਤੌਰ ਦੇ ਉੱਤੇ ਕਿਲੇ ਨੇ ਜਿਹੜੇ ਉਹ ਸਰਕਾਰਾਂ ਦੇ ਅਧੀਨ ਹੁੰਦੇ ਨੇ ਔਰ ਆਮ ਲੋਕਾਂ ਨੂੰ ਦੇਖਣ ਦੇ ਲਈ ਵੀ ਭਾਰੀ ਮੁਸ਼ਕਲ ਕਰਨੀ ਪੈਂਦੀ ਹੈ। सत श्री अकाल जी, पंजाब न्यूज़ देख रहे हो तो मैं हाँ सुखबीर सिंह चैना। अज दर्शकों तुहानू दिखा रहे हैं इतिहास की उस गाथा की गवाह एक किला, जिहड़ा किला पृथ्वीराज चौहान की जिंदगी का सब तो अखीरली जंग का गवाह बनया। अज तुहानू दिखाउणा है भारत के इतिहास का वो स्थान, वो मैदान का जंग, जिस मैदान के जंग दे विच 1192 ईस्वी ਨੂੰ ਪ੍ਰਿਥਵੀਰਾਜ ਚੌਹਾਨ ਤੇ ਮੁਹੰਮਦ ਗੌਰੀ ਦੀਆਂ ਫੌਜਾਂ ਆਮਣੋ ਸਾਹਮਣੇ ਹੁੰਦੀਆਂ ਨੇ। ਅੱਜ ਤੁਹਾਨੂੰ ਇਤਿਹਾਸ ਦੇ ਉਹਨਾਂ ਪੰਨਿਆਂ ਤੱਕ ਲੈ ਕੇ ਜਾਣਾ ਹੈ ਜਿਹੜੇ ਪੰਨੇ ਸਾਡੀ ਜ਼ਿੰਦਗੀ ਦੇ ਵਿੱਚੋਂ, ਸਾਡੀ ਚੇਤਨਾ ਸ਼ਕਤੀ ਦੇ ਵਿੱਚੋਂ ਖਤਮ ਹੋ ਗਏ ਨੇ। ਅੱਜ ਤੁਹਾਨੂੰ ਦਿਖਾ ਰਹੇ ਹਾਂ ਤਰਾਇਣ ਦੀ ਜੰਗ ਦਾ ਉਹ ਕਿਲਾ ਜਿਹੜਾ ਕਿਲਾ ਤਿੰਨ बहुत मशहूर जंगां दा गवाह बनया। एक जंग हुंदी है 1191 दे विच मुहम्मद गौरी चढ़ के आउंदा है पृथ्वीराज चौहान दे नाल। तराइण दे मैदान दे विच जंग हुंदी है जिथे मुहम्मद गौरी नूं भजना पैंदा है। 1192 दे विच दोबारा मुहम्मद गौरी चढ़ के आउंदा है और पृथ्वीराज चौहान दे नाल जंग लड़दा है, जिस जंग दे विच पृथ्वीराज चौहान नूं हार दा मूँह देखना पैंदा है और अखीरली जंग हुंदी है पृथ्वीराज चौहान दी जिंदगी दी। सारियां गल्लां तुहाडे नाल इतिहास दीयां सांझियां करनियां ने ते नाल नाल तुहानूं किला भी दिखाउणा है। आओ देखदे हां तराइण दी जंग, तीन जंगां दा गवाह बनिया पृथ्वीराज चौहान दा यह किला। दर्शकों, इस समय मैं खड़ा होया तरावड़ी दे विच। तरावड़ी जिहड़ा नगर है सिख धर्म दे नाल भी तरावड़ी दा बहुत वड्डा संबंध है। ਉਹਦੀ ਗੱਲ ਆਪਾਂ अगली वीडियो ਵਿੱਚ ਕਰਾਂਗੇ। ਅੱਜ ਗੱਲ ਕਰਦੇ ਹਾਂ ਤਰਾਵੜੀ ਦੇ ਪੁਰਾਤਨ ਇਤਿਹਾਸ ਦੀ। ਤਰਾਵੜੀ ਨਗਰ ਦਾ ਪੁਰਾਣਾ ਨਾਮ ਹੈ ਜਿਹੜਾ ਉਹ ਹੈ ਤਰਾਇਣ। ਤਰਾਇਣ ਤੋਂ ਵਿਗੜਦਾ ਨਾਮ ਬਣ ਗਿਆ ਤਰਾਵੜੀ। ਤਰਾਇਣ ਦੀ ਜਿਹੜੀਆਂ ਭਾਰਤ ਦੇ ਇਤਿਹਾਸ ਦੇ ਵਿੱਚ ਜਿਹੜੀ ਤਰਾਇਣ ਹੈ, ਤਰਾਇਣ ਦੀਆਂ ਤਿੰਨ ਜੰਗਾਂ ਹੁੰਦੀਆਂ ਨੇ। ਪਹਿਲੀ ਜੰਗ 1191 ਈਸਵੀ ਦੇ ਵਿੱਚ, दूसरी जंग 1192 ईस्वी ਵਿੱਚ,
ਤੇ ਤੀਸਰੀ ਜੰਗ ਹੈ ਜਿਹੜੀ ਉਹ ਹੁੰਦੀ ਹੈ 1216 ਈਸਵੀ ਦੇ ਵਿੱਚ। 3 ਜੰਗਾਂ ਨੇ। ਇਹ ਜੋ ਤੁਸੀਂ ਕਿਲਾ ਦੇਖ ਰਹੇ ਹੋ, ਇਹ ਕਿਲਾ ਉਹਨਾਂ ਤਿੰਨੇ ਜੰਗਾਂ ਦਾ ਗਵਾਹ ਰਿਹਾ। ਇਤਿਹਾਸ ਕਹਿੰਦਾ ਹੈ ਕਿ ਪ੍ਰਿਥਵੀ ਰਾਜ ਚੌਹਾਨ, ਜਿਸ ਨੂੰ ਹਿੰਦੁਸਤਾਨ ਦੀ ਅਣਖ ਦਾ, ਹਿੰਦੁਸਤਾਨ ਦੀ ਬਹਾਦਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਰਾਜਪੂਤ ਉਹ ਰਾਜਾ ਜਿਹਨੇ ਕਦੇ ਵੀ ਵਿਦੇਸ਼ੀ ਹਮਲਾਵਰਾਂ ਦੇ ਅੱਗੇ ਝੁਕਣਾ ਪ੍ਰਵਾਨ ਨਹੀਂ ਕੀਤਾ। ਪ੍ਰਿਥਵੀ ਰਾਜ ਚੌਹਾਨ ਇਸੇ ਤਰੈਣ ਦਾ ਜਿਹੜਾ ਆ ਕਿਲਾ ਇਹਦੇ ਵਿੱਚ ਆਪਣਾ ਨਿਵਾਸ ਕਰਦੇ ਸਨ। ਵੱਡਾ ਸਮਰਾਟ ਸੀ ਪ੍ਰਿਥਵੀ ਰਾਜ ਚੌਹਾਨ ਦਾ। ਮੁਹੰਮਦ ਗੌਰੀ 1191 ਈਸਵੀ ਵਿੱਚ ਚੜ੍ਹ ਕੇ ਆਉਂਦਾ ਹੈ ਔਰ ਤਰੈਣ ਦੇ ਖੁੱਲੇ ਮੈਦਾਨ ਦੇ ਵਿੱਚ ਜੰਗ ਹੁੰਦੀ ਹੈ, ਜਿਸ ਜੰਗ ਦੇ ਵਿੱਚ ਪਹਿਲਾਂ ਮੁਹੰਮਦ ਗੌਰੀ ਦੀਆਂ ਫੌਜਾਂ ਨੇ ਜਿਹੜੀਆਂ ਉਹ ਭਾਰੂ ਪੈਂਦੀਆਂ ਨੇ, ਪਰ ਅਖੀਰ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਹੈ ਜਿਹੜਾ ਉਹਨੂੰ ਜਿੱਤ ਨਸੀਬ ਹੁੰਦੀ ਹੈ ਔਰ ਮੁਹੰਮਦ ਗੌਰੀ ਨੂੰ ਮੈਦਾਨ ਛੱਡ ਕੇ ਭੱਜਣਾ ਪੈਂਦਾ ਹੈ। ਇੱਥੋਂ ਤੱਕ ਵੀ ਇਤਿਹਾਸ ਕਹਿੰਦਾ ਹੈ ਕਿ ਮੁਹੰਮਦ ਗੌਰੀ ਸੀ ਜਿਹੜਾ ਉਹ ਇੱਕਦਮ ਘੋੜੇ ਤੋਂ ਡਿੱਗਿਆ ਔਰ ਪੈਦਲ ਭੱਜਣਾ ਪਿਆ ਮੁਹੰਮਦ ਗੌਰੀ ਨੂੰ। ਉਸ ਤੋਂ ਬਾਅਦ ਉਹਦਾ ਇੱਕ ਬਹੁਤ ਬਹਾਦਰ ਜਰਨੈਲ ਸੀ, ਸੋ ਉਹ ਜਿਹੜਾ ਜਰਨੈਲ ਸੀ ਉਸਨੇ ਆ ਕੇ ਮੁਹੰਮਦ ਗੌਰੀ ਨੂੰ ਘੋੜਾ ਦਿੱਤਾ ਔਰ ਘੋੜੇ ਉੱਤੇ ਚੜ੍ਹ ਕੇ ਮੁਹੰਮਦ ਗੌਰੀ ਹੈ ਜਿਹੜਾ ਉਹ ਇੱਥੋਂ ਫਰਾਰ ਹੋ ਜਾਂਦਾ ਹੈ, ਜਾਨ ਬਚਾ ਕੇ ਭੱਜਦਾ ਹੈ। ਜਾਨ ਬਚਾ ਕੇ ਭੱਜਿਆ, ਉਹਦੀਆਂ ਫੌਜਾਂ ਬਹੁਤ ਮਾਰੀਆਂ ਗਈਆਂ, ਥੋੜੀਆਂ ਬਹੁਤੀਆਂ ਫੌਜਾਂ ਸਨ ਜਿਹੜੀਆਂ ਮੁਹੰਮਦ ਗੌਰੀ ਦੀਆਂ ਉਹ ਬਚ ਗਈਆਂ, ਵਾਪਸ ਆਪਣੇ ਦੇਸ਼ ਚਲਾ ਜਾਂਦਾ ਹੈ। ਪਰ ਮੁਹੰਮਦ ਗੌਰੀ ਪ੍ਰਿਥਵੀ ਰਾਜ ਚੌਹਾਨ ਦੇ ਹੱਥੋਂ ਹੋਈ ਇਸ ਵਾਰ ਨੂੰ, ਇਸ ਹਾਰ ਨੂੰ ਸੁਪਨੇ ਦੇ ਵਿੱਚ ਵੀ ਜਦੋਂ ਯਾਦ ਕਰਦਾ ਸੀ ਤੇ ਭੜਕ ਕੇ ਉੱਠ ਖੜਦਾ ਸੀ। ਕਹਿੰਦੇ ਮਾਨਸਿਕ ਤੌਰ ਦੇ ਉੱਤੇ ਪ੍ਰਿਥਵੀ ਰਾਜ ਚੌਹਾਨ ਦੀ ਇਸ ਜਿੱਤ ਔਰ ਮੁਹੰਮਦ ਗੌਰੀ ਦੀ ਹਾਰ ਨੇ ਮੁਹੰਮਦ ਨੂੰ ਟਿਕਣ ਨਾ ਦਿੱਤਾ ਔਰ 1192 ਈਸਵੀ ਦੇ ਵਿੱਚ ਦੁਬਾਰਾ ਮੁਹੰਮਦ ਗੌਰੀ ਜਿਹੜਾ ਹੈ ਉਹ ਲਗਭਗ 40,000 ਘੋੜਸਵਾਰਾਂ ਦੇ ਨਾਲ ਇੱਥੇ ਸਵਾਰ ਹੋ ਜਾਂਦਾ ਹੈ, ਕਿਉਂਕਿ ਤਰੈਣ ਦੀ ਜਿਹੜੀ ਪਹਿਲੀ ਤੇ ਦੂਜੀ ਜੰਗ ਹੈ ਮੰਨਿਆ ਜਾਂਦਾ ਹੈ ਵੀ ਬਹੁਤ ਵੱਡੀ ਜੰਗ ਸੀ ਔਰ ਘੋੜ ਸਵਾਰਾਂ ਦੇ ਸਿਰ ਦੇ ਉੱਤੇ ਲੜੀ ਹੋਈ ਜੰਗ ਸੀ। ਇਹ ਉਹ ਜੰਗ ਹੈ ਜਿਸ ਵਿੱਚ ਪੈਦਲ ਸੈਨਾ ਬਹੁਤ ਘੱਟ ਸੀ ਤੇ ਘੋੜਿਆਂ ਦੀ ਜਿਹੜੀ ਸੈਨਾ ਸੀ, ਘੋੜ ਸਵਾਰ ਸੈਨਾ, ਉਹ ਦੋਨੇ ਪਾਸੇ ਬੜੀ ਭਾਰੀ ਗਿਣਤੀ ਦੇ ਵਿੱਚ ਸੀ। ਪ੍ਰਿਥਵੀ ਰਾਜ ਚੌਹਾਨ ਦੇ ਕੋਲੇ ਮੰਨਿਆ ਜਾਂਦਾ ਵੀ 30,000 ਦੀ ਫੌਜ ਸੀ, ਜਿਹਦੇ ਵਿੱਚ ਬਹੁਤਾਂਤ ਜਿਹੜੀ ਫੌਜ ਸੀ ਉਹ ਘੋੜ ਸਵਾਰਾਂ ਦੀ ਸੀ। ਦੂਜੇ ਪਾਸੇ ਮੁਹੰਮਦ ਗੌਰੀ ਜਿਹੜੀ ਆ 40,000 ਘੋੜ ਸਵਾਰਾਂ ਦੀ ਵੱਡੀ ਫੌਜ, ਤੋਪਖਾਨਾ ਲੈ ਕੇ, ਪੈਦਲ ਪਿਆਦਾ ਫੌਜ ਲੈ ਕੇ ਇਦਾਂ ਚੜ੍ਹਾਈ ਕਰਦਾ ਹੈ ਔਰ ਤਰੈਣ ਦੇ ਇਸ ਕਿਲੇ ਦੇ ਬਾਹਰਵਾਰ ਮੈਦਾਨ ਦੇ ਵਿੱਚ ਬਹੁਤ ਵੱਡੀ ਜੰਗ ਹੁੰਦੀ ਹੈ, ਜਿਸ ਜੰਗ ਦੇ ਵਿੱਚ ਕਿਉਂਕਿ ਪ੍ਰਿਥਵੀ ਰਾਜ ਚੌਹਾਨ ਸੀ ਜਿਹੜਾ ਉਹਨੂੰ ਆਲੇ ਦੁਆਲੇ ਦੇ ਜਿਹੜੇ ਹੋਰ ਰਾਜਪੂਤ ਰਾਜੇ ਸੀ ਉਹਨਾਂ ਦੇ ਕੋਲੋਂ ਮਦਦ ਨਹੀਂ ਸੀ ਮਿਲੀ, ਕਿਉਂਕਿ ਪ੍ਰਿਥਵੀ ਰਾਜ ਚੌਹਾਨ ਦੀ ਬਹਾਦਰੀ ਦੇ ਅੱਗੇ ਦੂਜੇ ਰਾਜਪੂਤ ਰਾਜੇ ਟਿਕ ਨਹੀਂ ਸੀ ਸਕੇ। ਇਸ ਕਰਕੇ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਇਸ ਕਰਕੇ ਵੀ ਹੋਈ ਕਿਉਂਕਿ ਦੂਜੇ ਰਾਜਪੂਤ ਰਾਜਿਆਂ ਨੇ ਪ੍ਰਿਥਵੀ ਰਾਜ ਚੌਹਾਨ ਦਾ ਸਾਥ ਨਹੀਂ ਦਿੱਤਾ। ਕੱਲਾ ਕਰਕੇ ਪ੍ਰਿਥਵੀ ਰਾਜ ਚੌਹਾਨ ਭਾਵੇਂ ਦੂਸਰੀ 1192 ਦੀ ਆਪਣੀ ਦੂਸਰੀ ਜਿਹੜੀ ਜੰਗ ਸੀ ਤਰੈਣ ਦੇ ਮੈਦਾਨ ਦੀ ਲੜਿਆ ਬਹਾਦਰੀ ਦੇ ਨਾਲ, ਪਰ ਅਖੀਰ ਨੂੰ ਫੌਜਾਂ ਦੁਸ਼ਮਣ ਦੀਆਂ ਭਾਰੀ ਪੈ ਗਈਆਂ ਔਰ ਪ੍ਰਿਥਵੀ ਰਾਜ ਚੌਹਾਨ ਨੂੰ ਇੱਥੋਂ ਪਕੜਿਆ ਜਾਂਦਾ ਹੈ। ਇਤਿਹਾਸ ਇਸ ਗੱਲ ਵੀ ਕਹਿੰਦਾ ਹੈ, ਦੋ ਮਾਨਤਾਵਾਂ ਨੇ। ਇੱਕ ਤੇ ਮਾਨਤਾ ਹੈ ਵੀ ਇੱਥੋਂ ਪ੍ਰਿਥਵੀ ਰਾਜ ਚੌਹਾਨ ਨੂੰ ਪਕੜ ਕੇ ਅਜਮੇਰ ਲਿਜਾਇਆ ਜਾਂਦਾ ਹੈ ਔਰ ਅਜਮੇਰ ਦੇ ਕਿਲੇ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਮੌਤ ਹੁੰਦੀ ਹੈ। ਇੱਕ ਤੇ ਮਾਨਤਾ ਇਹ ਹੈ। ਦੂਜੀ ਮਾਨਤਾ ਹੈ ਪ੍ਰਿਥਵੀ ਰਾਜ ਚੌਹਾਨ ਨੂੰ ਪਕੜ ਕੇ ਮੁਹੰਮਦ ਗੌਰੀ ਆਪਣੇ ਦੇਸ਼ ਲੈ ਜਾਂਦਾ ਹੈ। ਇੱਥੇ ਜਾ ਕੇ ਉਹਦੀਆਂ ਅੱਖਾਂ ਵਿੱਚ ਜਿਹੜਾ ਹੈ ਸੀਖਾਂ ਮਾਰੀਆਂ ਜਾਂਦੀਆਂ ਨੇ, ਅੰਨਾ ਕਰ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਸ਼ਬਦ ਬੇਨ ਜਿਹੜਾ ਸ਼ਬਦ ਬਾਣ ਸੀ, ਸ਼ਬਦ ਅਵਾਰਡ ਸੁਣ ਕੇ ਇੱਕ ਬਹੁਤ ਵੱਡਾ ਨਿਪੁੰਨ ਯੋਧਾ ਸੀ ਪ੍ਰਿਥਵੀ ਰਾਜ ਚੌਹਾਨ ਸ਼ਬਦ ਬੇਨ ਤੀਰਾਂ ਦਾ, ਉਹਦੇ ਨਾਲ ਮੁਹੰਮਦ ਗੌਰੀ ਨੂੰ ਉਹਨੇ ਮਾਰਿਆ ਔਰ ਉਸ ਤੋਂ ਬਾਅਦ ਜਿਹੜਾ ਉਹਦਾ ਸੇਵਕ ਸੀ ਉਹਦੇ ਵੱਲੋਂ ਪ੍ਰਿਥਵੀ ਰਾਜ ਚੌਹਾਨ ਨੂੰ ਖਤਮ ਕਰ ਦਿੱਤਾ ਜਾਂਦਾ।
तो ये भी एक मानता है। सो कई तरह ਦੀਆਂ ਮਾਨਤਾਵਾਂ ਨੇ, ਪਰ ਅਸੀਂ ਗੱਲ ਕਰ ਰਹੇ ਹਾਂ ਇੱਥੋਂ ਦੇ ਇਤਿਹਾਸ ਦੀ। ਪ੍ਰਿਥਵੀ ਰਾਜ ਚੌਹਾਨ ਉਹ ਬਹਾਦਰ ਸੂਰਮਾ ਜਿਹੜਾ ਹਿੰਦੁਸਤਾਨ ਦੀ ਅਣਖ ਦਾ, ਜ਼ਮੀਰ ਦਾ ਪ੍ਰਤੀਕ ਸੀ, ਬਹਾਦਰੀ ਦਾ। ਉਹ ਪ੍ਰਿਥਵੀ ਰਾਜ ਚੌਹਾਨ ਦੀ ਅਖੀਰਲੀ ਜਿਹੜੀ ਜੰਗ ਹੈ ਉਹ ਐਸੇ ਹੀ ਤਰਾਵੜੀ ਦੇ ਮੈਦਾਨ, ਤਰੈਣ ਦੇ ਮੈਦਾਨ ਦੇ ਵਿੱਚ ਹੋਈ। ਆਓ ਇਤਿਹਾਸ ਦੀਆਂ ਗੱਲਾਂ ਵੀ ਨਾਲ ਕਰਦੇ ਹਾਂ ਤੇ ਨਾਲ ਇਹ ਕਿਲਾ ਵੀ ਦੇਖਦੇ ਹਾਂ। ਔਰ ਇਹ ਦੁਨੀਆ ਦਾ ਇੱਕ ਕਿਲਾ ਹੈ, ਇਹ ਤਰੈਣ ਦਾ ਕਿਲਾ, ਜਿਹਦੇ ਵਿੱਚ ਸਭ ਤੋਂ ਵੱਧ ਆਮ ਆਬਾਦੀ ਵਸਦੀ ਹੈ। ਸੋ ਦਰਸ਼ਕੋ, ਜਦੋਂ ਇਸ ਕਿਲੇ ਦੀ ਬਣਾਵਟ ਦੀ ਗੱਲ ਕਰਦੇ ਹਾਂ ਤੇ ਅਸੀਂ ਹੈਰਾਨ ਰਹਿ ਜਾਂਦੇ ਹਾਂ। ਇੰਨਾ ਵੱਡਾ ਵਿਸ਼ਾਲ ਕਿਲਾ ਸੀ ਇਹ। ਅੱਜ ਭਾਵੇਂ ਬਹੁਤਾ ਇਹ ਕਿਲਾ ਢਹਿ ਚੁੱਕਿਆ, ਕੇਵਲ ਇਹਦੇ ਮੁੱਖ ਦਰਵਾਜ਼ੇ ਨੇ ਜਿਹੜੇ ਉਹੀ ਸਾਨੂੰ ਦਿਖਾਈ ਦਿੰਦੇ ਨੇ। ਪਰ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਇਸ ਕਿਲੇ ਦੀ ਬਣਾਵਟ ਨੂੰ, ਆਹ ਤੁਸੀਂ ਦੇਖੋ, ਆਹ ਝਰੋਖਾ ਬਣਾਇਆ ਹੋਇਆ। ਇਹ ਜਿਹੜਾ ਮੁੱਖ ਦਰਵਾਜ਼ਾ ਸੀ ਕਿਲੇ ਦਾ, ਉਹਦਾ ਝਰੋਖਾ ਬਣਿਆ ਹੋਇਆ ਔਰ ਬਹੁਤ ਖੂਬਸੂਰਤੀ ਹੈ ਜਿਹੜੀ ਇਸ ਦੀ ਸਾਨੂੰ ਉਹ ਦਿਖਾਈ ਦੇ ਰਹੀ ਹੈ। ਅੱਜ ਭਾਵੇਂ ਇਹ ਇਮਾਰਤ ਬਜ਼ੁਰਗ ਅਵਸਥਾ ਦੇ ਵਿੱਚ ਹੈ, ਡਿੱਗਣ ਦੇ ਕਿਨਾਰੇ ਹੈ, ਪਰ ਤੁਸੀਂ ਆਹ ਦੇਖੋ ਬਣੇ ਹੋਏ ਲਾਟੂ ਕਿਵੇਂ, ਕਿੰਨੀ ਸੋਹਣੀ ਮੀਨਾਕਾਰੀ ਸਾਨੂੰ ਦਿਖਾਉਂਦੇ ਨੇ। ਕੋਈ ਸਮਾਂ ਹੋਵੇਗਾ ਇਸ ਨੂੰ ਦੇਖ ਕੇ ਆਪਾਂ ਕਹਿੰਦੇ ਹਾਂ ਭੁੱਖਾਂ ਲੈ ਜਾਂਦੀਆਂ ਹੋਣਗੀਆਂ ਇਸ ਦਰਵਾਜ਼ੇ ਨੂੰ ਦੇਖ ਕੇ। ਬਹੁਤ ਸੋਹਣੀ ਇਮਾਰਤ ਔਰ ਇੱਕ ਵਿਲੱਖਣ ਜਿਹੜੀ ਭਾਰਤੀਆ ਸ਼ੈਲੀ ਹੈ, ਕਿਉਂਕਿ ਮੁਗਲੀਆ ਸ਼ੈਲੀ ਜਿਹੜੀ ਹੈ ਉਹ ਬਾਅਦ ਵਿੱਚ ਹਿੰਦੁਸਤਾਨ ਆਉਂਦੀ ਹੈ। ਪਰ ਇਹ ਕਿਲਾ ਪੂਰੇ ਦਾ ਪੂਰਾ, ਕਿਉਂਕਿ 1000 ਸਾਲ ਤੋਂ ਉੱਪਰ ਜਿਹੜੀ ਹੈ ਦੱਸਿਆ ਜਾਂਦਾ ਵੀ ਇਹ ਕਿਲਾ ਬਣੇ ਨੂੰ ਹੋਏ ਨੇ। ਤੋਂ ਇਹਦੀ ਜਿਹੜੀ ਪੂਰੀ ਬਣਾਵਟ ਹੈ ਜਿਹੜੀ ਉਹ ਪੂਰੀ ਦਾ ਪੂਰਾ ਭਾਰਤੀਆ ਸੰਸਕ੍ਰਿਤੀ ਕਹਿ ਲਓ, ਭਾਰਤੀਆ ਕਾਰੀਗਰੀ ਦਾ ਮੂੰਹ ਬੋਲਦੀ ਤਸਵੀਰ ਹੈ। ਸੋ ਦਰਸ਼ਕੋ, ਇਹ ਕਿਲੇ ਦੀਆਂ ਦੀਵਾਰਾਂ ਨੇ। ਅੱਜ ਇਹਨਾਂ ਦੀਵਾਰਾਂ ਦੇ ਪਿੱਛੇ ਲੋਕ ਰਹਿੰਦੇ ਨੇ, ਕਿਉਂਕਿ ਇਸ ਕਿਲੇ ਦੇ ਅੰਦਰ ਪੂਰੇ ਦਾ ਪੂਰਾ ਇੱਕ ਕਹਿ ਲਓ ਨਗਰ ਵਸਦਾ ਹੈ। ਇਹ ਨਗਰ ਕਿਉਂ ਵਸਦਾ ਇਸ ਕਿਲੇ ਦੇ ਅੰਦਰ, ਸਾਰੀ ਗੱਲਬਾਤ ਤੁਹਾਨੂੰ ਅੱਗੇ ਦੱਸਾਂਗੇ। ਸੋ ਦਰਸ਼ਕੋ, ਜੇਕਰ ਇਸ ਕਿਲੇ ਦੀ ਇਮਾਰਤ ਸੱਜ ਨੂੰ ਧਿਆਨ ਨਾਲ ਦੇਖੀਏ ਤੇ ਆਹ ਤੁਸੀਂ ਦੇਖੋ, ਬੜੀ ਉੱਚੀ ਥਾਂ ਦੇ ਉੱਪਰ ਪਰ ਕਿੱਡੇ ਸੋਹਣੇ ਤਰੀਕੇ ਦੇ ਨਾਲ ਜਿਹੜੀਆਂ ਇੱਟਾਂ ਨੇ। ਅੱਜ ਠੀਕ ਆ ਸਾਡੇ ਕੋਲੇ ਬਹੁਤ ਸਾਧਨ ਹੋ ਗਏ ਨੇ, ਪਰ ਜਿਸ ਸਮੇਂ ਇਹ ਅੱਜ ਤੋਂ 1100 ਸਾਲ ਪਹਿਲਾਂ ਬਣਾਇਆ ਗਿਆ ਹੋਵੇਗਾ, ਉਦੋਂ ਇੰਨੀ ਉੱਚੀ ਥਾਂ ਦੇ ਉੱਪਰ ਔਰ ਇਦਾਂ ਦੀ ਮੀਨਾਕਾਰੀ ਉਸ ਸਮੇਂ ਦੇ ਕਾਰੀਗਰਾਂ ਦੀ ਮਿਹਨਤ ਨੂੰ ਦਰਸਾਉਂਦੀ ਹੈ। ਉਸ ਤੋਂ ਬਾਅਦ ਤੁਸੀਂ ਦੇਖੋ ਇਹ ਝਰੋਖੇ ਰੱਖੇ ਗਏ ਨੇ। ਇਹ ਝਰੋਖੇ ਉਹ ਝਰੋਖੇ ਨੇ ਜਿਨ੍ਹਾਂ ਦੇ ਵਿੱਚ ਉਸ ਸਮੇਂ ਸਿਪਾਹੀ ਮੋਰਚੇ ਲਾ ਕੇ ਬੈਠਦੇ ਹੋਣਗੇ, ਜਿੰਨਾ, ਕਿਉਂਕਿ ਇਹ ਬੜੀ ਉੱਚੀ ਥਾਂ ਦੇ ਉੱਤੇ ਬਣਿਆ ਕਿਲਾ ਹੈ ਉਸ ਸਮੇਂ ਦਾ। ਔਰ ਇੱਥੋਂ ਦੂਰ ਤੱਕ ਜਿਹੜੇ ਆਉਣ ਜਾਣ ਵਾਲੇ ਨੇ ਉਹ ਦਿਖਦੇ ਹੋਣਗੇ। ਇਦਾਂ ਹੀ ਜੇਕਰ ਆਪਾਂ ਇਸ ਕਿਲੇ ਦੇ ਇਧਰਲੇ ਪਾਸੇ ਦੇਖੀਏ ਤਾਂ ਤੁਹਾਨੂੰ ਦਿਖਾਉਣੇ ਆ ਕਿ ਇਸ ਕਿਲੇ ਦੇ ਜਿਹੜੀਆਂ ਆਹ ਝਰੋਖੇ ਬਣੇ ਹੋਏ ਨੇ, ਜਿਨ੍ਹਾਂ ਦੇ ਵਿੱਚ ਹੋ ਸਕਦਾ ਉਸ ਸਮੇਂ ਰਾਣੀਆਂ ਵੀ ਬੈਠਦੀਆਂ ਹੋਣ। ਔਰ ਇਹਨਾਂ ਦੀ ਜਿਹੜੀ ਤਰੀਕਾ ਹੈ ਬਣਾਉਣ ਦਾ, ਜਿਹੜੀ ਰਾਜਪੂਤਾਨਾ, ਪੁਰਾਣੀ ਰਾਜਪੂਤਾਨਾ ਸ਼ੈਲੀ ਹੈ, ਉਹ ਬਿਲਕੁਲ ਦਿਖਦੀ ਪਈ ਹੈ। ਔਰ ਬੜੇ ਸੋਹਣੇ ਲਾਟੂ ਨੂਮਾ ਥੱਲੇ ਬਣਾਏ ਗਏ ਨੇ। ਅੱਜ ਕਬੂਤਰਾਂ ਨੇ ਭਾਵੇਂ ਆਲ ਨੇ ਪਾਲੇ ਨੇ ਇਹਨਾਂ ਦੇ ਵਿੱਚ। ਇਸੇ ਤਰ੍ਹਾਂ ਦੇ ਨਾਲ ਅੱਜ ਵੀ ਇਹ ਪੂਰੀ ਤਰ੍ਹਾਂ ਦੇ ਨਾਲ ਮਜ਼ਬੂਤ ਦਿਖਾਈ ਦਿੰਦਾ ਇਹ ਕਿਲਾ, ਕਿਉਂਕਿ ਇਹ ਵੀ ਇੱਕ ਦਰਵਾਜ਼ਾ ਰਿਹਾ ਹੋਵੇਗਾ। ਮੁੱਖ ਦਰਵਾਜ਼ਾ ਤੁਹਾਨੂੰ ਦਿਖਾਵਾਂਗੇ। ਔਰ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਥੜਾ, ਇਸ ਥੜੇ ਨੂੰ ਬੈਠਕ ਬੋਲਿਆ ਜਾਂਦਾ ਸੀ। ਇਹਦੇ ਉੱਤੇ ਪਹਿਰੇਦਾਰ ਸਨ ਜਿਹੜੇ ਉਹ ਖੜੇ ਹੁੰਦੇ ਸੀ। ਔਰ ਜਦੋਂ ਰਾਜੇ ਜੰਗ ਜਿੱਤ ਕੇ ਵਾਪਸ ਆਉਂਦੇ ਸੀ ਤੇ ਇੱਥੇ ਖੜ ਕੇ ਫਿਰ ਜਿਹੜਾ ਸੀ ਉਹ ਢੋਲ ਨਗਾਰੇ, ਢੋਲ ਸੀ ਉਹ ਵੀ ਵਜਾਏ ਜਾਂਦੇ ਸੀ। ਆਓ ਹੁਣ ਆਪਾਂ ਇਸ ਕਿਲੇ ਦੇ ਇਸ ਦਰਵਾਜ਼ੇ ਨੂੰ ਅੰਦਰ ਤੋਂ ਦੇਖਦੇ ਹਾਂ। ਸੋ ਦਰਸ਼ਕੋ, ਆਹ ਦੇਖੋ, ਇਹ ਕਿਲੇ ਦੇ ਇਸ ਦਰਵਾਜ਼ੇ ਦਾ ਅੰਦਰਲਾ ਭਾਗ ਹੈ। ਜੇ ਆਪਾਂ ਉੱਪਰ ਦੇਖੀਏ ਤੇ ਅੱਜ ਵੀ ਗੋਲਕੁਰਾ ਨੂਮਾ ਕਿ ਕਹਿ ਲਓ ਵੀ ਛੱਤ ਜਿਹੜੀ ਹੈ ਉਹ ਬੜੀ ਸੋਹਣੀ ਦਿਖਾਈ ਦਿੰਦੀ ਹੈ। ਔਰ ਛੱਤ ਦੇ ਉੱਪਰ ਇਦਾਂ ਗੋਲ ਕਰਕੇ ਘੇਰੇ ਵਾਈਜ਼ ਇੱਟਾਂ ਲਾਉਣੀਆਂ, ਇਹ ਅੱਜ ਵੀ ਮੈਨੂੰ ਲੱਗਦਾ ਵੀ ਬੜਾ ਮੁਸ਼ਕਲ ਹੋਵੇਗਾ। ਇਹ ਪੁਰਾਣੇ ਸਮੇਂ ਸਾਨੂੰ ਤਕਨੀਕ ਦਿਸਦੀ ਹੈ। ਔਰ ਇਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਜਿਹੜੀਆਂ ਆਹ ਚੀਜ਼ਾਂ ਨੇ, ਇਹ ਉੱਪਰ ਬਣੀ ਹੋਈ ਪ੍ਰਸ਼ਤੀ ਹੈ। ਕੋਈ ਸਮਾਂ ਹੋਵੇਗਾ ਇਹ ਜਦੋਂ ਰਾਜੇ ਜੰਗ ਜਿੱਤ ਕੇ ਆਉਂਦੇ ਹੋਣਗੇ ਤੇ ਇਹਨਾਂ ਪ੍ਰਸ਼ਤੀਆਂ ਦੇ ਉੱਪਰ ਖੜ ਕੇ ਜਿਹੜੇ ਸੀ ਉਹ ਫੁੱਲ ਵਰਖਾ ਕੀਤੀ ਜਾਂਦੀ ਸੀ, ਸਵਾਗਤ ਕੀਤਾ ਜਾਂਦਾ ਸੀ ਉਹਨਾਂ ਦਾ।
ਔਰ ਜਿਹੜੇ ਢੋਲ ਵਜਾਉਂਦੇ ਹੁੰਦੇ ਸੀ ਉਹ ਇੱਥੇ ਖੜ ਕੇ ਸਵਾਗਤ ਹੁੰਦਾ ਸੀ ਰਾਜਿਆਂ ਦਾ। ਔਰ ਤੁਹਾਨੂੰ ਥੱਲੇ ਤੁਹਾਨੂੰ ਦਿਖਾਉਣੇ ਆ, ਇਹ ਜਿਹੜੀ ਹੈ ਇੱਕ ਬਰਾਂਡੇਨੁਮਾ ਚੀਜ਼ ਬਣਾਈ ਗਈ ਹੈ, ਜਿਹੜੀ ਕਿ ਉਸ ਸਮੇਂ ਦੇ ਜਿਹੜਾ ਬਾਲੂ ਰੇਤਾ ਲਾਲ ਪੱਥਰ ਹੁੰਦਾ ਸੀ ਉਹਦੇ ਬਣੇ ਹੋਏ ਥੰਮ ਨੇ। ਔਰ ਤੁਹਾਨੂੰ ਕਮਾਲ ਦੀ ਗੱਲ ਇਹ ਹੈ ਕਿ ਇਹ ਤੁਸੀਂ ਦੇਖੋ ਲਗਭਗ 1000 ਸਾਲ ਤੋਂ ਵੀ ਉੱਪਰ ਦੱਸਿਆ ਜਾਂਦਾ ਹੈ। ਔਰ ਅੱਜ ਵੀ ਜਿਹੜੇ ਇਹ ਥੰਮ ਨੇ ਕਿੱਡੇ ਮਜ਼ਬੂਤ ਨੇ, ਅੱਜ ਵੀ ਉਸ ਤਰ੍ਹਾਂ ਖੜੋਤੇ ਹੋਏ ਨੇ। ਔਰ ਇਹਦੇ ਵਿੱਚ ਦੱਸਦੇ ਨੇ ਵੀ ਖੜ ਕੇ ਜਿਹੜੀਆਂ ਸਮਾਂ ਹੁੰਦਾ ਹੋਵੇਗਾ ਕਿ ਜਦੋਂ ਰਾਜੇ ਜੰਗ ਜਿੱਤ ਕੇ ਆਉਂਦੇ ਸੀ ਤਾਂ ਰਾਣੀਆਂ ਸਨ, ਜਿਹੜੀਆਂ ਮਹਾਰਾਣੀ ਨਾਲ ਰਾਣੀਆਂ ਹੁੰਦੀਆਂ ਸੀਗੀਆਂ, ਉਹ ਇੱਥੇ ਹੀ ਖੜ ਕੇ ਰਾਜੇ ਦੇ ਫੁੱਲ ਮਲਾਵਾਂ ਗਲ ਦੇ ਵਿੱਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਸੀ। ਸੋ ਕੋਈ ਸਮਾਂ ਹੋਵੇਗਾ, ਅੱਜ ਭਾਵੇਂ ਇਹ ਖੰਡਰ ਬਣ ਗਈਆਂ ਨੇ ਇਮਾਰਤਾਂ, ਪਰ ਇਹ ਇਮਾਰਤਾਂ ਭਾਰਤੀ ਇਤਿਹਾਸ ਦੇ ਸ਼ਾਨੋ ਸ਼ੌਕਤ ਨੂੰ ਦਰਸਾਉਂਦੀਆਂ ਨੇ। ਸੋ ਦਰਸ਼ਕੋ, ਆਹ ਤੁਸੀਂ ਦੇਖ ਰਹੇ ਹੋ ਇਹ ਕਿਲੇ ਦੀ ਬਾਹਰਲੀ ਦੀਵਾਰ ਹੈ, ਬਹੁਤ ਵੱਡੀ ਦੀਵਾਰ ਹੈ। ਔਰ ਕੋਈ ਸਮਾਂ ਹੋਵੇਗਾ ਜਦੋਂ ਇਹ ਦੀਵਾਰ ਦੇ ਆਲੇ ਦੁਆਲੇ ਜਿਹੜਾ ਸੀ ਉਹ ਮੈਦਾਨ ਖੁੱਲ੍ਹਾ ਹੋਵੇਗਾ। ਅੱਜ ਭਾਵੇਂ ਜਿਹੜੀ ਉਹ ਵਸੋਂ ਹੋ ਚੁੱਕੀ ਹੈ। ਸੋ ਅੱਜ ਇਸ ਕਿਲੇ ਦੇ ਅੰਦਰ ਇਹ ਦੁਨੀਆ ਦਾ ਇੱਕੋ ਇੱਕ ਕਿਲਾ ਹੈ ਜਿਸ ਕਿਲੇ ਦੇ ਅੰਦਰ ਆਮ ਆਬਾਦੀ ਬਹੁਤ ਗਿਣਤੀ ਦੇ ਵਿੱਚ ਰਹਿੰਦੀ ਆ। ਤੁਸੀਂ ਦੇਖ ਰਹੇ ਹੋਵੋਗੇ ਉੱਪਰ ਆਹ ਕਿਲੇ ਦੀਆਂ ਕੰਧਾਂ ਨੇ ਔਰ ਇਹਨਾਂ ਕੰਧਾਂ ਦੇ ਉੱਪਰ ਆਮ ਲੋਕਾਂ ਦੇ ਘਰ ਨੇ। ਸੋ ਇਹ ਘਰ ਕਿਉਂ ਬਣੇ ਨੇ ਇਹਦੀ ਗੱਲ ਆਪਾਂ ਬਾਅਦ ਵਿੱਚ ਕਰਾਂਗੇ। ਆਮ ਲੋਕਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਕਦੋਂ ਮਿਲੀ, ਇੱਕ ਵਾਰ ਤੁਸੀਂ ਇਹ ਬਾਹਰ ਦੀਆਂ ਦੀਵਾਰਾਂ ਦੇਖੋ। ਔਰ ਬਹੁਤ ਵਿਸ਼ਾਲ ਦੀਵਾਰਾਂ ਹੋਣਗੀਆਂ ਕਿਉਂਕਿ ਇਹ ਬੜੀ ਉੱਚੀ ਥਾਂ ਦੇ ਉੱਤੇ ਬਣਿਆ ਸੀ। ਅੱਜ ਭਾਵੇਂ ਇਹ ਆਮ ਹਾਲਾਤਾਂ ਵਿੱਚ ਸਾਨੂੰ ਦਿਖਦਾ ਹੈ, ਪਰ ਕੋਈ ਸਮਾਂ ਹੋਵੇਗਾ ਜਦੋਂ ਇਹ ਬੜੀ ਉੱਚੀ ਥਾਂ ਦੇ ਉੱਤੇ ਬਣਿਆ ਸੀ। ਔਰ ਇਹ ਜਿਹੜਾ ਕਿਲਾ ਹੈ ਇਹਦੇ ਬਾਰੇ ਇਹ ਵੀ ਦੱਸਿਆ ਜਾਂਦਾ ਵੀ ਇਹ ਫੌਜੀ ਕਿਲਾ ਸੀ। ਫੌਜੀ ਕਿਲਾ ਉਹ ਕਿਲਾ ਹੁੰਦਾ ਜਿਸ ਵਿੱਚ ਰਾਜੇ ਦੀਆਂ ਰਾਣੀਆਂ, ਬੇਗਮਾਂ ਜਾਂ ਆਮ ਪਰਿਵਾਰ ਨਹੀਂ ਰਹਿੰਦਾ ਹੁੰਦਾ। ਜ਼ਿਆਦਾਤਰ ਇੱਥੇ ਘੋੜਸਵਾਰ ਰਾਜਿਆਂ ਦੀਆਂ ਜਿਹੜੀਆਂ ਫੌਜਾਂ ਸੀ, ਸੈਨਾ ਸੀ, ਉਹੀ ਰਹਿੰਦੀਆਂ ਹੁੰਦੀਆਂ ਨੇ। ਭਾਵ ਕਿ ਇਹ ਕਿਲਾ ਫੌਜੀ ਕਿਲਾ ਸੀ। ਇੱਥੇ ਕੇਵਲ ਰਾਜੇ ਦੀਆਂ ਜਿਹੜੀਆਂ ਫੌਜਾਂ ਹੁੰਦੀਆਂ ਸੀ ਉਹੀ ਠਹਿਰਦੀਆਂ ਹੁੰਦੀਆਂ ਸਨ। ਸੋ ਦਰਸ਼ਕੋ, ਆਹ ਤਰੈਣ ਦੇ ਤਰਾਵੜੀ ਦੇ ਕਿਲੇ ਦਾ ਮੁੱਖ ਦਰਵਾਜ਼ਾ ਹੈ। ਇਸ ਦਰਵਾਜ਼ੇ ਦੀ ਵਿਸ਼ਾਲਤਾ ਨੂੰ ਦੇਖੀਏ ਤੇ ਉਸ ਸਮੇਂ ਰਾਜਿਆਂ ਦੀ ਜਿਹੜੀ ਸੁਰੱਖਿਆ ਹੁੰਦੀ ਸੀ ਉਹਦਾ ਅੰਦਾਜ਼ਾ ਆਪਣੇ ਆਪ ਹੀ ਲੱਗ ਜਾਣਾ। ਇੰਨਾ ਵਿਸ਼ਾਲ ਦਰਵਾਜ਼ਾ ਬਣਿਆ ਕਿ ਬੰਦਾ ਵੇਖ ਕੇ ਹੈਰਾਨ ਹੋ ਜਾਂਦਾ ਹੈ। ਸੋ ਤੁਸੀਂ ਦੇਖੋ ਪਰਲੇ ਦਰਵਾਜ਼ੇ ਦੀ ਤਰ੍ਹਾਂ ਇਸ ਦਰਵਾਜ਼ਾ ਜਿਹੜਾ ਮੁੱਖ ਦਰਵਾਜ਼ਾ ਇਹਦੇ ਅੰਦਰ ਤੁਸੀਂ ਦੇਖੋ ਇਹ ਅਟਾਰੀਆਂ ਬਣੀਆਂ। ਜਿਹੜਾ ਰਾਜਿਆਂ ਦੇ ਪਰਿਵਾਰਾਂ ਦੇ ਸੀ ਤੇ ਰਾਜੇ ਦੀਆਂ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਉਹ ਇਹਨਾਂ ਅਟਾਰੀਆਂ ਦੇ ਵਿੱਚ ਬੈਠ ਕੇ ਦੂਰ ਤੱਕ ਦਾ ਦ੍ਰਿਸ਼ ਦੇਖਦੀਆਂ ਹੁੰਦੀਆਂ ਸੀ। ਜਿਹੜੇ ਤੁਸੀਂ ਆਹ ਝਰੋਖੇ ਦੇਖ ਰਹੇ ਹੋ ਇਹ ਝਰੋਖੇ ਨੇ ਜਿਹੜੇ ਇਹਨਾਂ ਦੇ ਵਿੱਚ ਉਸ ਸਮੇਂ ਜਿਹੜੇ ਸਿਪਾਹੀ ਹੁੰਦੇ ਸੀ, ਰੱਖਿਆ ਕਰਨ ਵਾਲੇ ਸਿਕਿਉਰਿਟੀ ਗਾਰਡ ਹੁੰਦੇ ਸੀ, ਉਹ ਇਹਨਾਂ ਦੇ ਰਾਹੀਂ ਦੂਰ ਦੂਰ ਤੱਕ ਨਿਗਾਹ ਰੱਖਦੇ ਹੁੰਦੇ ਸੀ। ਔਰ ਅੱਜ ਭਾਵੇਂ ਇਹ ਕਿਲਾ ਸਾਨੂੰ ਖੰਡਰ ਰੂਪ ਦਿਖਾਈ ਦੇ ਰਿਹਾ ਹੈ, ਪਰ ਇਹ ਕਿਲਾ ਇੱਕ ਸਮਾਂ ਹੋਵੇਗਾ ਜਦੋਂ ਇਸ ਕਿਲੇ ਦੇ ਉੱਤੇ ਰਾਜਾ ਪ੍ਰਿਥਵੀ ਰਾਜ ਚੌਹਾਨ ਆਪਣਾ ਝੰਡਾ ਚਲਾਉਣਗੇ। ਸੋ ਦੱਸਿਆ ਜਾਂਦਾ ਹੈ ਵੀ ਜਦੋਂ 1947 ਦੇ ਵਿੱਚ ਦੇਸ਼ ਦੀ ਵੰਡ ਹੋ ਗਈ, ਇੱਧਰਲੇ ਜਿਹੜੇ ਮੁਸਲਮਾਨ ਸਨ ਉਹ ਪਾਕਿਸਤਾਨ ਨੂੰ ਚਲੇ ਗਏ, ਪਾਕਿਸਤਾਨ ਜਿਹੜੇ ਹਿੰਦੂ ਸਿੱਖ ਸਨ ਉਹ ਭਾਰਤ ਦੇ ਵਿੱਚ ਵਾਪਸ ਆਏ ਤੇ ਬਹੁਤ ਸਾਰੇ ਐਸੇ ਉਹ ਲੋਕ ਜਿਹੜੇ ਪਾਕਿਸਤਾਨ ਨੂੰ ਛੱਡ ਕੇ ਇੱਧਰਲੇ ਪਾਸੇ ਹਿੰਦੂ ਜਾਂ ਸਿੱਖ ਆਏ, ਉਹਨਾਂ ਨੂੰ ਫਿਰ ਹੌਲੀ ਹੌਲੀ ਇਸ ਕਿਲੇ ਦੇ ਅੰਦਰ, ਕਿਉਂਕਿ ਖੁੱਲ੍ਹਾ ਮੈਦਾਨ ਸੀ ਉਸ ਸਮੇਂ ਕਿਲੇ ਦੇ ਅੰਦਰ ਦੱਸਿਆ ਜਾਂਦਾ, ਉਹਨਾਂ ਨੂੰ ਫਿਰ ਇੱਥੇ ਉਹਨਾਂ ਨੇ ਟਿਕਾਣਾ ਕੀਤਾ, ਇੱਥੇ ਰਿਫਿਊਜੀ ਕੈਂਪ ਲੱਗੇ। ਔਰ ਹੌਲੀ ਹੌਲੀ ਫਿਰ ਜਿਹੜੇ ਉਹ ਲੋਕ ਸਨ ਉਹਨਾਂ ਦੇ ਘਰ ਸਨ ਜਿਹੜੇ ਟਿਕਾਣੇ ਵੀ ਇੱਥੇ ਹੀ ਬਣ ਗਏ। ਔਰ ਬਾਅਦ ਵਿੱਚ ਸਰਕਾਰ ਨੇ ਵੀ ਫਿਰ ਉਹਨਾਂ ਲੋਕਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਹੈ। ਤੋ ਇਹ ਇੱਕੋ ਇੱਕ ਕਹਿ ਲਓ ਵੀ ਦੁਨੀਆ ਦਾ ਕਿਲਾ ਹੈ ਜਿਸ ਕਿਲੇ ਦੇ ਅੰਦਰ ਆਮ ਲੋਕੀ ਨਿਵਾਸ ਕਰਦੇ ਨੇ ਜਾਂ ਆਮ ਲੋਕਾਂ ਦੇ ਘਰ ਬਣੇ ਹੋਏ ਨੇ। ਨਹੀਂ ਤੇ ਆਮ ਤੌਰ ਦੇ ਉੱਤੇ ਕਿਲੇ ਨੇ ਜਿਹੜੇ ਉਹ ਸਰਕਾਰਾਂ ਦੇ ਅਧੀਨ ਹੁੰਦੇ ਨੇ ਔਰ ਆਮ ਲੋਕਾਂ ਨੂੰ ਦੇਖਣ ਦੇ ਲਈ ਵੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਪਰ ਇਹ ਇੱਕੋ ਇੱਕ ਤਰੈਣ ਦਾ ਕਿਲਾ ਹੈ, ਤਰਾਵੜੀ ਦਾ ਕਿਲਾ ਹੈ, ਜਿਸ ਕਿਲੇ ਦੇ ਵਿੱਚ ਆਮ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਵੀ ਮਿਲੀ
ਔਰ ਆਮ ਜਿਹੜੇ ਲੋਕ ਨੇ ਇਸ ਕਿਲੇ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਟਿਕਾਣਾ ਕਰਦੇ ਨੇ। ਸੋ ਦਰਸ਼ਕੋ, ਇਹ ਸੀ ਤਰੈਣ ਦੀ ਜੰਗ ਦਾ ਗਵਾਹ, ਹਿੰਦੁਸਤਾਨ ਦੀ ਅਣਖ, ਹਿੰਦੁਸਤਾਨ ਦੀ ਸਵੈਮਾਨ ਦਾ ਪ੍ਰਤੀਕ, ਤਰੈਣ ਦੇ ਮੈਦਾਨ ਔਰ ਤਰੈਣ ਦਾ ਇਹ ਕਿਲਾ ਜਿਸ ਨੂੰ ਅੱਜ ਕਿਹਾ ਜਾਂਦਾ ਤਰਾਵੜੀ ਦਾ ਕਿਲਾ। ਇਹ ਉਹ ਕਿਲਾ ਜਿਸ ਉੱਤੇ ਪ੍ਰਿਥਵੀ ਰਾਜ ਚੌਹਾਨ ਨੇ ਕਦੇ ਰਾਜ ਕੀਤਾ ਔਰ ਉਸ ਤੋਂ ਬਾਅਦ ਫਿਰ ਤੀਜੀ ਜਿਹੜੀ ਜੰਗ ਹੁੰਦੀ ਹੈ, ਤੀਜੀ ਜੰਗ 1216 ਦੇ ਵਿੱਚ ਹੁੰਦੀ ਹੈ, ਜਦੋਂ ਸਰਦਾਰ ਇਮਦਲੋਜ਼ ਔਰ ਇਲਤੁਤਮਿਸ ਜਿਹੜਾ ਬਾਅਦ ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਉਹਦੇ ਵਿੱਚ ਇੱਥੇ ਤੀਸਰੀ ਜੰਗ ਹੁੰਦੀ ਹੈ। ਪਰ ਇਹ ਜਿਹੜਾ ਕਿਲਾ ਹੈ ਇਹ ਪ੍ਰਿਥਵੀ ਰਾਜ ਚੌਹਾਨ ਦੇ ਦੁਆਰਾ ਦੱਸਿਆ ਜਾਂਦਾ ਬਣਾਇਆ ਗਿਆ ਸੀ ਔਰ ਉਹ ਪ੍ਰਿਥਵੀ ਰਾਜ ਚੌਹਾਨ ਨੇ ਹੀ ਇੱਥੇ ਜ਼ਿਆਦਾ ਸਮਾਂ ਆਪਣਾ ਜਿਹੜਾ ਸੀ ਉਹ ਬਤੀਤ ਕੀਤਾ। ਸੋ ਹਿੰਦੁਸਤਾਨ ਦੇ ਸਵੈਮਾਨ ਦੀ ਪ੍ਰਤੀਕ ਇਹ ਜਗ੍ਹਾ ਤਰੈਣ ਦਾ ਤਰਾਵੜੀ ਦਾ ਕਿਲਾ। ਜਦੋਂ ਵੀ ਕਦੇ ਤਰਾਵੜੀ ਆਓ ਤਾਂ ਇਸ ਕਿਲੇ ਦਰਸ਼ਨ ਜ਼ਰੂਰ ਕਰੋ। ਔਰ ਇਹ ਵਿਲੱਖਣ ਕਿਲਾ ਹੈ, ਇੱਕ ਵਿਲੱਖਣ ਕਿਲਾ ਇਸ ਕਰਕੇ ਵੀ ਹੈ ਵੀ ਆਮ ਤੌਰ ਦੇ ਉੱਤੇ ਸਰਕਾਰਾਂ ਨੇ ਜਿਹੜੀਆਂ ਕਿਲਿਆਂ ਦੇ ਉੱਪਰ ਕਬਜ਼ਾ ਕਰ ਲੈਂਦੀਆਂ ਨੇ, ਜਿਹੜਾ ਪੁਰਾਤਨ ਵਿਭਾਗ ਹੁੰਦਾ ਹੈ ਉਹ ਕਿਲੇ ਦੇ ਅੰਦਰ ਲੋਕਾਂ ਨੂੰ ਵੜਨ ਨਹੀਂ ਦਿੰਦਾ, ਪਰ ਇਸ ਕਿਲੇ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਨੇ, ਪੱਕੇ ਟਿਕਾਣੇ ਬਣਾ ਕੇ ਰਹਿੰਦੇ ਨੇ। ਸੋ ਆਓ ਇਸ ਤਰੈਣ ਦੇ ਕਿਲੇ ਤਰਾਵੜੀ ਦੇ ਦਰਸ਼ਨ ਜ਼ਰੂਰ ਕਰੋ। ਮੈਂ ਸੁਖਬੀਰ ਸਿੰਘ ਚੈਣਾ, ਪੰਜਾਬ ਨਿਊਜ਼ ਲਈ ਤਰਾਵੜੀ ਤੋਂ। ਧੰਨਵਾਦ।